स्वागत करते हैं जी एक बार फिर आप सब ਦਾ ਅੱਜ ਦੇ ਇਸ ਧਾਰਮਿਕ ਸੈਗਮੈਂਟ ਵਿੱਚ। ਅੱਜ ਦੇ ਸੈਗਮੈਂਟ ਵਿੱਚ ਮੇਰਾ ਸਾਥ ਦੇਣਗੇ ਭਾਈ ਨਛੱਤਰ ਸਿੰਘ ਜੀ, ਜਿਹੜੇ ਸਾਡੇ ਮਹਿਮਾਨ ਨੇ ਲੁਧਿਆਣੇ ਤੋਂ। ਅੱਜ ਕੱਲ੍ਹ ਗੁਰਦੁਆਰਾ ਸਾਹਿਬ ਸਿੰਘ ਸਭਾ ਸਰੀ ਵਿੱਚ ਇੱਕ ਕਥਾ ਰਾਹੀਂ ਪ੍ਰਚਾਰ ਕਰ ਰਹੇ ਨੇ ਤੇ ਅੱਜ ਦਾ ਸਾਡਾ ਵਿਸ਼ਾ ਰਹੇਗਾ ਕਿ ਇੱਕ ਆਮ ਸਿੱਖ ਜੋ ਹੈ ਜਾਂ ਇੱਕ ਆਮ ਵਿਅਕਤੀ ਗੁਰਬਾਣੀ ਕੀ ਕਹਿੰਦੀ ਹੈ ਕਿ ਕਿਵੇਂ ਰੋਜ਼ਮਰਾ ਜ਼ਿੰਦਗੀ ਵਿੱਚ ਉਹ ਆਪਣਾ ਜੀਵਨ ਬਤੀਤ ਕਰੇ। ਅੱਜ ਸਾਨੂੰ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਨੇ। ਅੱਜ ਅਸੀਂ ਸਮਝਦੇ ਹਾਂ ਕਿ ਸਵੇਰੇ ਉੱਠ ਕੇ ਨਿਤਨੇਮ ਕਰ ਲਿਆ ਤੇ ਸਾਡਾ ਕੰਮ ਪੂਰਾ ਹੋ ਗਿਆ। ਉਸ ਤੋਂ ਬਾਅਦ ਅਸੀਂ ਜਿਸ ਤਰੀਕੇ ਨਾਲ ਰਹਿ ਰਹੇ ਹਾਂ, ਜੋ ਕੁਝ ਕਰ ਰਹੇ ਹਾਂ, ਸਾਡੇ ਸਾਹਮਣੇ ਹੀ ਹੈ। ਘਰ ਤੋਂ ਲੈ ਕੇ ਪੰਥ ਤੱਕ ਜਿਹੜੀ ਦੁਵਿਧਾਵਾਂ ਨੇ ਇਹ ਕਿਵੇਂ ਸਮਾਪਤ ਕੀਤੀਆਂ ਜਾ ਸਕਦੀਆਂ ਨੇ ਗੁਰਬਾਣੀ ਦਾ ਸਹਾਰਾ ਲੈ ਕੇ। ਆਓ ਇਸ ਬਾਰੇ ਕੁਝ ਜਾਣਕਾਰੀ ਲੈਂਦੇ ਹਾਂ ਭਾਈ ਨਛੱਤਰ ਸਿੰਘ ਜੀ ਤੋਂ। ਭਾਈ ਸਾਹਿਬ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਜੀਵਨ ਦਾ ਮਕਸਦ ਕੀ ਹੈ? ਗੁਰਬਾਣੀ ਕੀ ਕਹਿੰਦੀ ਹੈ? ਅਸੀਂ ਗੁਰਬਾਣੀ ਰੋਜ਼ ਮੱਥਾ ਟੇਕਦੇ ਹਾਂ ਪਰ ਸ਼ਾਇਦ ਸਮਝ ਨਹੀਂ ਸਕ ਰਹੇ। ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਗੁਰੂ ਤਾਂ ਮੰਨ ਰਹੇ ਹਾਂ ਪਰ ਗੁਰੂ ਗ੍ਰੰਥ ਸਾਹਿਬ ਕੀ ਕਹਿ ਰਿਹਾ ਹੈ ਸ਼ਾਇਦ ਉਹ ਨਹੀਂ ਸਮਝ ਸਕਦੇ। ਸੋ ਜੀਵਨ ਦਾ ਮਕਸਦ ਕੀ ਹੈ ਜੀ ਗੁਰਬਾਣੀ ਅਨੁਸਾਰ? ਸਭ ਤੋਂ ਵੱਡੀ ਗੱਲ ਵੀ ਜੀ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਹੜਾ ਸਾਡੇ ਸਾਹਮਣੇ ਖਿਆਲ ਰੱਖਿਆ ਆ, ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਜਾਂ ਗੁਰੂ ਗ੍ਰੰਥ ਸਾਹਿਬ 'ਚ ਇੱਕ ਕਨਸੈਪਟ ਆਉਂਦਾ, ਜਪਜੀ ਸਾਹਿਬ 'ਚ ਮਹਾਰਾਜ ਕਹਿੰਦੇ ਕਿਮ ਸਚਿਆਰਾ ਹੋਈ ਹੈ। ਹੁਣ ਇਹ ਜਿਹੜੇ ਦੋ ਚੀਜ਼ਾਂ ਅਸੀਂ ਨਿਤਨੇਮ 'ਚ ਸਾਡੇ 'ਚ ਸ਼ਾਮਲ ਨੇ ਜੀ। ਔਰ ਇਹ ਆਮ ਮਨੁੱਖ ਕੀ ਹੈ ਵੀ ਅਸੀਂ ਸੰਸਾਰਿਕ ਲੋੜਾਂ ਬਾਰੇ ਤਾਂ ਸ਼ੁਰੂ ਤੋਂ ਹੀ ਮਾਪਿਆਂ ਤੋਂ, ਸਕੂਲ ਤੋਂ, ਕਾਲਜ ਤੋਂ, ਯੂਨੀਵਰਸਿਟੀਆਂ ਤੋਂ ਸਾਨੂੰ ਟ੍ਰੇਨਿੰਗ ਮਿਲ ਜਾਂਦੀ ਹੈ ਵੀ ਕਮਾਈ ਕਿਵੇਂ ਕਰਨੀ ਹੈ, ਪੈਸੇ ਕਿਵੇਂ ਇਕੱਠੇ ਕਰਨੇ ਨੇ, ਪਰਿਵਾਰ ਕਿਵੇਂ ਚਲਾਉਣਾ ਆ। ਪਰ ਪਰਿਵਾਰ ਵਿੱਚ ਇੱਕ ਪੂਰਨ ਮਨੁੱਖ ਬਣ ਕੇ ਕਿਵੇਂ ਰਹਿਣਾ ਆ, ਇਹ ਇਸ ਬਾਰੇ ਕਿਤੇ ਵੀ ਚਰਚਾ ਨਹੀਂ ਹੁੰਦੀ। ਰਾਈਟ। ਔਰ ਇਹ ਚਰਚਾ ਜਿੰਨਾ ਚਿਰ ਨਹੀਂ ਹੋਊਗੀ ਉਹਨਾਂ ਚਿਰ ਤੱਕ ਸਾਡੇ ਆਮ ਰੋਜ਼ਮਰਾ ਦੀ ਜ਼ਿੰਦਗੀ 'ਚ ਗੁਰੂ ਦਾ ਸਿਧਾਂਤ ਨਹੀਂ ਆਏਗਾ। ਤੇ ਗੁਰੂ ਦਾ ਸਿਧਾਂਤ ਨਹੀਂ ਆਏਗਾ ਜੀ, ਅਸੀਂ ਗੁਰੂ ਦੇ ਜਿਹੜੇ ਆ ਉਹ ਪਾਏ ਹੋਏ ਪੂਰਨਿਆਂ ਤੇ ਚੱਲ ਨਹੀਂ ਸਕਾਂਗੇ। ਤੋ ਇਹਦੇ 'ਚ ਕਿਵੇਂ ਸਚਿਆਰਾ ਹੋਈ ਹੈ ਜਦੋਂ ਸਵਾਲ ਹੋਏਗਾ, ਹਰ ਇੱਕ ਬੰਦਾ, ਇਕੱਲੇ ਉਹ ਸਿੱਖ ਲਈ ਨਹੀਂ ਹੈ, ਇਹ ਵੀ ਵੱਡੀ ਵੱਡੀ ਤਰਾਸ਼ਦੀ ਵਾਲੀ ਗੱਲ ਹੈ ਵੀ ਜੀ ਵੀ ਇੰਝ ਸਮਝੀਏ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਯੂਨੀਵਰਸਲ ਹੈ, ਪੂਰੀ ਦੁਨੀਆ ਵਾਸਤੇ ਸੀ। ਬਿਲਕੁਲ। ਹੁਣ ਉਹ ਦੁਨੀਆ ਵਾਸਤੇ ਕਿੱਥੋਂ ਰਹਿ ਜਾਣੀ ਹੈ? ਅਜੇ ਤਾਂ ਜਿਹੜਾ ਉਹਨੂੰ ਦਿਨ 'ਚ 2 ਵਾਰੀ ਪੜ੍ਹ ਰਿਹਾ ਉਹਨੂੰ ਹੀ ਨਹੀਂ ਸਮਝ ਆ ਰਹੀ। ਬਿਲਕੁਲ। ਜਦੋਂ ਮੈਨੂੰ ਸਮਝ ਆਏਗੀ ਫਿਰ ਮੈਂ ਦੱਸਾਂਗਾ ਵੀ ਇਹਦੇ 'ਚ ਤਾਂ ਮੈਨੂੰ ਸਵਾਦ ਹੀ ਬੜਾ ਆਇਆ। ਇਹਦੇ 'ਚ ਹੁਣ ਸਚਿਆਰ ਬਣਨ ਵਾਸਤੇ ਬੰਦਾ ਰੋਜ਼ ਇਹ ਸੋਚੇ ਵੀ ਮੈਂ ਕੋਈ ਵੀ ਐਸਾ ਕਾਰਜ ਆਪਣੀ ਲਾਈਫ ਵਿੱਚ ਨਹੀਂ ਕਰਨਾ ਜਿਹਦੇ ਨਾਲ ਕੋਈ ਵੀ ਬੰਦਾ ਮੈਨੂੰ ਐਜ ਇੱਕ ਮਨੁੱਖ ਵੀ ਕਹਿ ਸਕੇ ਵੀ ਯਾਰ ਬੰਦਿਆਂ ਵਾਲਾ ਕੰਮ ਨਹੀਂ ਹੈ। ਰੱਬ ਦੇ ਬੰਦਿਆਂ ਵਾਲੀ ਤਾਂ ਗੱਲ ਅਗਲੀ ਹੋਏਗੀ। ਠੀਕ, ਬਿਲਕੁਲ। ਵੀ ਅਜੇ ਤਾਂ ਮੈਂ ਕੋਈ ਵੀ ਕੰਮ ਲਾਈਫ 'ਚ ਇਦਾਂ ਦਾ ਨਾ ਕਰਾਂ ਵੀ ਜਿਹਦੇ ਨਾਲ ਲੋਕ ਇਹ ਕਹਿਣ ਵੀ ਯਾਰ ਬੰਦੇ ਵਾਲਾ ਕੰਮ ਨਹੀਂ। ਤੇ ਬੜਾ ਦੁੱਖ ਹੁੰਦਾ ਜੀ ਬਾਣੀ ਦੇ ਜਦੋਂ ਕੋਟੇਸ਼ਨਾਂ ਨੂੰ ਪੜ੍ਹੀਦਾ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੇ ਕਿੰਨੀ ਵਾਰ ਹਲੂਣ ਕੇ ਦੱਸਿਆ ਵੀ ਬੰਦੇ ਆ ਤੇਰੇ ਨਾਲੋਂ ਤਾਂ ਯਾਰ ਜਾਨਵਰ ਬਿਹਤਰ। ਬਿਲਕੁਲ। ਹਾਲਾਂਕਿ ਜਾਨਵਰ ਦੀ ਕੋਈ ਯੂਨੀਵਰਸਿਟੀ ਨਹੀਂ, ਜਾਨਵਰ ਦਾ ਕੋਈ ਕਾਲਜ ਨਹੀਂ, ਜਾਨਵਰ ਕਿਸੇ ਧਾਰਮਿਕ ਸਥਾਨ ਤੇ ਨਹੀਂ ਜਾਂਦਾ, ਪਰ ਫਿਰ ਵੀ ਉਹਨਾਂ ਦੀਆਂ ਆਪਣੀਆਂ ਕੁਆਲਿਟੀਆਂ ਨੇ। ਤੇਰੇ 'ਚ ਕੁਆਲਿਟੀਆਂ ਪਾਉਣ ਲਈ ਗੁਰੂ ਸਾਹਿਬ ਨੇ 239 ਸਾਲ ਦਾ ਸਮਾਂ ਲਾਇਆ ਔਰ ਇੱਕ ਪੂਰਨ ਮਨੁੱਖ ਬਣਾਇਆ। ਇੱਦਾਂ ਦਾ ਮਨੁੱਖ ਜੇ ਕਿਸੇ ਦੇ ਘਰ ਤਕਲੀਫ ਹੁੰਦੀ ਹੈ ਤੇ ਮਕਾਲਜਾ ਇਹਦਾ ਮੱਚਦਾ ਹੈ। ਹਾਲਾਂਕਿ ਜੇ ਭਾਰਤ ਦੇ ਲੋਕ ਦੁਖੀ ਹੁੰਦੇ ਨੇ ਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਨਹੀਂ, ਮੈਂ ਦੁਖੀ ਨਹੀਂ ਹੋਣ ਦੇਣਾ ਕਿਸੇ ਨੂੰ। ਜਦੋਂ ਅਸੀਂ ਔਰੰਗਜ਼ੇਬ ਦੀ, ਗੁਰੂ ਸਾਹਿਬ ਜੀ ਦੀ ਸ਼ਹਾਦਤ, ਸਾਰੇ ਉਹ ਕਨਸੈਪਟ ਨੂੰ ਵਾਸਦੇ ਆ ਤਾਂ ਅਸੀਂ ਰੋਜ਼ਮਰਾ ਦੀ ਜ਼ਿੰਦਗੀ 'ਚ ਜਿਹੜੇ ਬਾਣੀ ਪੜ੍ਹਦੇ ਆ ਉਹਨੂੰ ਕਿਵੇਂ ਸਚਿਆਰਾ ਤੇ ਰੁਕ ਜਾਣ ਬਸ ਵੀ ਕਿਵੇਂ ਹੋਊਗਾ ਮੈਂ। ਜਿੰਨਾ ਚਿਰ ਤੱਕ ਮੈਂ ਸਚਿਆਰ ਨਹੀਂ ਨਾ ਹੁੰਦਾ ਉਹਨਾਂ ਚਿਰ ਤੱਕ ਮੈਨੂੰ ਜਪਜੀ ਬਾਣੀ ਪੜ੍ਹਨ ਦਾ ਜਾਂ ਹੋਰ ਵੀ ਕਿੰਨੀ ਵੀ ਬਾਣੀ ਪੜ੍ਹਨਾ ਇਹਦਾ ਕੋਈ ਫਾਇਦਾ ਨਹੀਂ ਹੋਣ ਵਾਲਾ। ਸੁਣਿਆ, ਮੰਨਿਆ, ਮਨ ਕੀਤਾ ਭਾਓ ਜੀ, ਜੇ ਸੁਣ ਲਿਆ, ਮੰਨ ਲਿਆ, ਮਨ ਵਿੱਚ ਉਹਦਾ ਪਿਆਰ ਬਣਾ ਲਿਆ, ਫਿਰ ਮੇਰੀ ਜ਼ਿੰਦਗੀ ਦੇ ਅੰਦਰੋਂ ਬੁਰਾਈਆਂ ਖਤਮ ਹੋਣਗੀਆਂ। ਤੇ ਸੁਭਾਵਿਕ ਜੀ ਗੱਲ ਹੈ ਜੇ ਮੈਂ ਇੱਦਾਂ ਜੀਣ ਲੱਗ ਪਿਆ ਲੋਕ ਕਹਿਣਗੇ ਵੀ ਭਾਈ ਸਾਹਿਬ ਜੀ ਇਹ ਜੀਵਨ ਕਿੱਦਾਂ ਬਣਿਆ। ਇਹ ਬਾਣੀ ਬਣਾ ਦਿੰਦੀ ਹੈ, ਫਿਰ ਅਗਲਾ ਵੀ ਬਾਣੀ ਨਾਲ ਜੁੜ ਜਾਏਗਾ। ਔਰ ਇਹ ਇੱਕ ਸਾਧਨ ਸੀ ਵੀ ਜੇ ਆਪਾਂ ਇੱਦਾਂ ਬਾਣੀ ਨਾਲ ਜੁੜਨ ਲੱਗ ਪਏ, ਹੌਲੀ ਹੌਲੀ ਆਪਣੇ ਆਪ ਤੇ ਸਵਾਲ ਕਰਨ ਲੱਗ ਪਏ, ਸਮਝਣ ਲੱਗ ਪਏ, ਤੇ ਬਾਣੀ ਦੇ ਵਿੱਚੋਂ ਜਿਹੜੀ ਆ ਉਹ ਜੀਵਨ ਦਾ ਸਟਾਈਲ, ਲਾਈਫ ਦਾ ਜਿਹੜਾ ਸਟਾਈਲ ਹੈ ਉਹ ਲੱਭਿਆ ਜਾ ਸਕਦਾ। ਸੋ ਜੀਵਨ ਦਾ ਮਕਸਦ ਰੱਬ ਦੀ ਪ੍ਰਾਪਤੀ। ਬਿਲਕੁਲ। ਗੁਰਬਾਣੀ ਇੱਕ ਰਸਤਾ ਹੈ ਜਿਸ ਦੇ ਉੱਤੇ ਚੱਲ ਕੇ ਅਸੀਂ ਰੱਬ ਦੀ ਪ੍ਰਾਪਤੀ ਕਰ ਸਕਦੇ। ਬਿਲਕੁਲ ਜੀ, ਬਿਲਕੁਲ। ਹੁਣ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਆਮ ਸਿੱਖ ਜਦੋਂ ਅੱਜ ਦਰਸ਼ਨ ਕਰਵਾਉਣ ਦੀ ਗੱਲ ਕੀਤੀ ਜਾ ਰਹੀ ਹੈ ਕਿ ਅੱਖਾਂ ਮੀਚ ਕੇ ਅਸੀਂ ਤੁਹਾਡਾ 10ਵਾਂ ਦੁਆਰ ਖੋਲ੍ਹ ਦਾਂਗੇ, ਤੁਹਾਨੂੰ ਉੱਥੇ ਉਸ ਥਾਂ 'ਤੇ ਲੈ ਜਾਵਾਂਗੇ ਜਿੱਥੇ ਪ੍ਰਭੂ ਦਾ ਦਰਸ਼ਨ ਹੋ ਜਾਏਗਾ। ਇਹ ਦਰਸ਼ਨ ਬੜਾ ਇੱਕ ਮਿਸਕਨਸੈਪਸ਼ਨ ਅੱਜ ਚੱਲ ਰਹੀ ਹੈਗੀ ਹੈ। ਇਸ ਲਫ਼ਜ਼ ਨੂੰ ਅਸੀਂ ਸ਼ਾਇਦ ਸਮਝ ਨਹੀਂ ਸਕ ਰਹੇ। ਗੁਰੂ ਦਾ ਦਰਸ਼ਨ, ਰੱਬ ਦਾ ਦਰਸ਼ਨ ਜਿਹੜਾ ਅੱਜ ਕਿਹਾ ਜਾ ਰਿਹਾ ਕਿ ਕਰਵਾਇਆ ਜਾ ਸਕਦਾ ਹੈ, ਕੀ ਕੋਈ ਵਿਅਕਤੀ ਕਰਵਾ ਸਕਦਾ ਹੈ ਕਿਸੇ ਨੂੰ ਦਰਸ਼ਨ? ਤੇ ਗੁਰਬਾਣੀ ਇਸ ਬਾਰੇ ਕੀ ਕਹਿੰਦੀ? ਵੀਰ ਜੀ ਵੇਖੋ ਉਹੀ ਗੱਲ ਹੋ ਗਈ ਵੀ ਜਿਵੇਂ ਮੰਨ ਲਓ ਬਾਜ਼ਾਰ ਵਿੱਚ ਤੁਸੀਂ ਕਿਸੇ ਪਰਸਨ ਨੂੰ ਮਿਲੇ ਤੇ ਤੁਸੀਂ ਉਹਨੂੰ
ਸਾਹਮਣੇ ਦੀ ਲੰਘ ਗਏ ਜੀ, ਵਿਅਕਤੀ ਤੁਸੀਂ ਵੇਖ ਲਿਆ ਪਰ ਤੁਸੀਂ ਕੋਈ ਹੈਲੋ ਹਾਏ ਜਾਂ ਉਹਨੂੰ ਨਮਸਕਾਰ ਜਾਂ ਸਤਿ ਸ੍ਰੀ ਅਕਾਲ ਫਤਿਹ ਨਹੀਂ ਬੁਲਾਈ। ਕਿਉਂ ਨਹੀਂ ਬੁਲਾਈ? ਕਿਉਂਕਿ ਤੁਸੀਂ ਉਹਨੂੰ ਜਾਣਦੇ ਨਹੀਂ। ਵੇਖਿਆ ਤੁਸੀਂ ਹੈ, ਇਹਦਾ ਮਤਲਬ ਵੇਖਿਆ ਵੀ ਉਦੋਂ ਸਮਝ ਆਏਗਾ ਜਦੋਂ ਜਾਣ ਪਛਾਣ ਹੋਏਗੀ ਜੀ। ਜਿੰਨਾ ਚਿਰ ਜਾਣ ਪਛਾਣ ਨਹੀਂ, ਕਈ ਵਾਰ ਵਾਪਰਦਾ, ਫਿਰ ਜਦੋਂ ਦੂਜੀ ਤੀਜੀ ਵਾਰ ਆਪਾਂ ਨੂੰ ਪਰਸਨ ਮਿਲਦਾ, ਕਹਿੰਦਾ ਭਾਈ ਸਾਹਿਬ ਜੀ ਇਹ ਫਲਾਨਾ ਵਿਅਕਤੀ ਹੈ। ਤੁਸੀਂ ਕਹਿੰਦੇ ਅੱਛਾ ਮੈਂ ਪਹਿਲਾਂ ਵੀ ਮਿਲਿਆ ਸੀ ਇਹਨਾਂ ਨੂੰ, ਹੋਰ ਭਾਈ ਸਾਹਿਬ ਜੀ। ਇਹਦਾ ਮਤਲਬ ਹੁਣ ਤੁਹਾਡੀ ਜਾਣਕਾਰੀ ਉਹਦੇ ਨਾਲ ਬਣ ਗਈ। ਰਾਈਟ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ। ਜਿਹਨੇ ਗੁਰੂ ਨਾਨਕ ਸਾਹਿਬ ਜੀ ਦੀ ਸਿਧਾਂਤ ਨੂੰ ਸੁਣਿਆ ਆ ਨਾ, ਅਸਲ 'ਚ ਉਹਨੇ ਹੀ ਵੇਖਿਆ ਹੈ। ਜਿੰਨਾ ਚਿਰ ਤੁਸੀਂ ਉਹਦੇ ਬਾਰੇ ਸੁਣਿਆ ਨਹੀਂ, ਵੇਖਣ ਦਾ ਕੋਈ ਜਿਹੜਾ ਉਹ ਮਤਲਬ ਨਹੀਂ ਬਣਦਾ। ਠੀਕ। ਜਦੋਂ ਅਸੀਂ ਕਹਿੰਦੇ ਆ ਵੀ ਕੋਈ ਵਿਅਕਤੀ ਦਰਸ਼ਨ ਕਰਾ ਸਕਦਾ, ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਕਹਿੰਦੀ ਦਰਸ਼ਨ ਕਰਾਉਣੇ ਕਿੱਥੋਂ ਨੇ? ਉਹ ਤਾਂ ਤੇਰੇ ਅੰਦਰ ਹੈ। ਘੱਟ ਘੱਟ ਮੈਂ ਹਰਜੂ ਬਸ ਹੈ ਤੇਰੇ ਅੰਦਰ ਹੈ। ਹੁਣ ਅੰਦਰ ਕਿੱਦਾਂ, ਕੌਣ ਦਰਸ਼ਨ ਕਰਾਊਗਾ? ਅੰਦਰ ਤਾਂ ਬੰਦੇ ਨੂੰ ਆਪ ਹੀ ਸੋਚਣਾ ਪਊਗਾ। ਅੰਤਰ ਦੀ ਅਵਸਥਾ, ਅੰਦਰ ਨੂੰ ਝਾਤ ਮਾਰਨੀ। ਜਿਵੇਂ ਗੁਰੂ ਸਾਹਿਬ ਜੀ ਦਾ ਬਾਣੀ ਦਾ ਵਾਕ ਹੈ, ਗੁਰੂ ਸਾਹਿਬ ਕਹਿੰਦੇ ਅੰਦਰ ਸੱਚਾ ਨੇ ਲਾਇਆ ਪ੍ਰੀਤਮ ਆਪਣੇ। ਮੈਂ ਅੰਦਰੋਂ ਆਪਣੇ ਪ੍ਰਭੂ ਪਰਮਾਤਮਾ ਦੇ ਨਾਲ ਨੇਹ ਲਾ ਲਿਆ ਜੀ। ਨੇਹ ਦਾ ਅਰਥ ਹੈ ਸੁਭਾਅ ਆਪਣੇ ਅੰਦਰੋਂ ਪੈਦਾ ਕਰ ਲਿਆ। ਹੁਣ ਕੀ ਹੋਇਆ? ਤਨ ਮਨ ਹੋਏ ਨਿਹਾਲ। ਮੇਰਾ ਤਨ ਤੇ ਮਨ ਨਿਹਾਲ ਹੋ ਗਿਆ। ਨੇਹ ਲਾਉਣ ਨਾਲ ਜਾਂ ਗੁਰ ਦੇਖਾ ਸਾਹਮਣੇ, ਇਹ ਗੁਰੂ ਵੇਖਣਾ ਹੈ। ਹੁਣ ਜਿਹੜਾ ਇੱਕ ਬੁੱਤ ਘੜ ਕੇ ਕੋਈ ਵਿਖਾਉਣਾ ਚਾਹੁੰਦੇ ਆ ਸਾਨੂੰ ਜਾਂ ਇਸ ਤਰ੍ਹਾਂ ਦੀਆਂ, ਉਹ ਆਪਾਂ ਬੜੀ ਵਾਰ ਜ਼ਿਕਰ ਕਰਦੇ ਵੀ ਗੱਲ ਹੀ ਅੱਜ ਦਾ ਰੌਲਾ ਹੀ ਇਹ ਹੈ ਵੀ ਜੀ, ਗੁਰੂ ਸਾਹਿਬ ਜੀ ਕਹਿੰਦੇ ਆ ਜੀਵਨ ਸੁਧਾਰੋ, ਲੋਕ ਕਹਿੰਦੇ ਆ ਸਾਨੂੰ ਬੁੱਤ ਵਿਖਾਓ। ਠੀਕ। ਬੁੱਤ ਦਿਸਣਾ ਨਹੀਂ, ਰੂਪ ਨਾ ਰੇਖ ਨਾ ਰੰਗ, ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ। ਉਹਦਾ ਕੋਈ ਆਕਾਰ ਨਹੀਂ ਹੈ। ਆਕਾਰ ਉਹਦਾ ਕੀ ਹੈ ਵੀ ਉਹਦੇ ਗੁਣ ਜੀਵਨ 'ਚ ਵਸ ਜਾਣ, ਅਸੀਂ ਜ਼ੁਬਾਨ ਤੇ ਉਹ ਗੁਣ ਲਾਈਏ, ਨੇਤਰਾਂ ਤੇ ਉਹ ਸਾਡੀ ਵਿਚਾਰਧਾਰਾ ਆ ਜਾਏ। ਇਹ ਗੁਣ ਜਦੋਂ ਸਾਡੇ ਜੀਵਨ 'ਚ ਆ ਜਾਣਗੇ ਤੇ ਇਹ ਗੁਰੂ ਸਾਹਿਬ ਹੀ ਸਾਨੂੰ ਰੱਬ ਦੇ ਦਰਸ਼ਨ ਕਰਾ ਸਕਦੇ ਆ। ਤੇ ਗੁਰੂ ਸਾਹਿਬ ਵੀ ਦਰਸ਼ਨ ਕਿਵੇਂ ਕਰਾਉਂਦੇ ਆ? ਉਹਦੀ ਜਾਣਕਾਰੀ ਦੇ ਕੇ। ਰਾਈਟ। ਜਿਵੇਂ ਅਸੀਂ ਨਾਮ ਜਪਣ ਦੀ ਗੱਲ ਹੀ ਕਰ ਲਈ ਆਪਾਂ, ਸਿੰਪਲ ਜੀ। ਮੰਨ ਲਓ ਵੀ ਮੈਨੂੰ ਕੋਈ ਕਹਿੰਦਾ ਵੀ ਪ੍ਰਮਾਤਮਾ ਦਾ ਨਾਮ ਜਪਿਆ ਕਰੋ। ਹੁਣ ਮੈਂ ਜਾਣਦਾ ਹੀ ਨਹੀਂ ਪ੍ਰਮਾਤਮਾ ਨੂੰ, ਜਪੀ ਵੀ ਜਾਊਂਗਾ ਕੀ ਫਾਇਦਾ ਹੋਊ? ਰਾਈਟ। ਮੈਂ ਜਾਣਦਾ ਹੀ ਨਹੀਂ, ਮੈਨੂੰ ਤਾਂ ਪਤਾ ਹੀ ਨਹੀਂ ਜੀ। ਅੱਛਾ, ਫਿਰ ਜਪਣ ਮੀਨਿੰਗ ਯਾਦ ਕਰਨਾ। ਮੰਨ ਲਓ ਸਾਡਾ ਕੋਈ ਪਰਿਵਾਰਕ ਮੈਂਬਰ ਸਾਡੇ ਤੋਂ ਦੂਰ ਚਲਾ ਜਾਂਦਾ ਜੀ, ਅਸੀਂ ਉਹਨੂੰ ਜਾਣਦੇ ਹੁੰਦੇ ਉਹਦੀਆਂ ਆਦਤਾਂ, ਉਹਦੀਆਂ ਹਰਕਤਾਂ ਤੋਂ, ਤੇ ਜਦੋਂ ਉਹਨੂੰ ਯਾਦ ਕਰਨਾ ਹੁੰਦਾ ਕੀ ਕਰਦੇ ਆ? ਇੱਦਾਂ ਕਹਿੰਦੇ ਵੀ ਆਓ ਸਾਰੇ ਘੜੀ ਬਹਿ ਕੇ ਤੇ ਆਪਾਂ, ਜੇ ਮਾਂ ਦਾ ਪੋਤੀ ਦੂਰ ਗਿਆ ਹੋਵੇ ਤੇ ਉਹ ਮਾਂ ਸ਼ਾਮ ਨੂੰ ਕਹੇ ਵੀ ਆਜੋ ਸਾਰੇ ਘੜੀ ਬਹਿ ਕੇ ਆਪਾਂ ਬੇਟੇ ਨੂੰ ਯਾਦ ਕਰੀਏ। ਇੱਦਾਂ ਥੋੜੀ ਕਰਦਾ ਕੋਈ। ਉਹ ਗੱਲਾਂ 'ਚ ਯਾਦ ਆਉਂਦਾ, ਕੰਮ 'ਚ ਯਾਦ ਆਉਂਦਾ ਹਰ ਵੇਲੇ। ਇੱਦਾਂ ਹੀ ਪ੍ਰਮਾਤਮਾ ਨਾਲ ਜੇ ਸਾਡਾ ਇੱਦਾਂ ਦਾ ਰਿਸ਼ਤਾ ਬਣ ਜਾਏ ਜਿਹੜਾ ਗੁਰੂ ਸਾਹਿਬ ਬਣਾਉਣਾ ਚਾਹੁੰਦੇ ਆ ਜੀ, ਫਿਰ ਸਾਨੂੰ ਕੰਮਾਂ ਕਾਜਾਂ ਵਿੱਚੋਂ ਵੀ ਯਾਦ ਆਏਗਾ ਔਰ ਸੰਤੁਸ਼ਟੀ ਮਿਲੇਗੀ ਉਹਦੇ 'ਚ। ਤੁਸੀਂ ਬਹੁਤ ਸੋਹਣੇ ਪੁਆਇੰਟਸ ਨੂੰ ਕਵਰ ਕੀਤਾ ਜੀ। ਸਭ ਤੋਂ ਪਹਿਲਾਂ ਤਾਂ ਜਦੋਂ ਅਸੀਂ ਕਹਿੰਦੇ ਰੱਬ ਅੰਦਰ ਹੈ, ਇਸ ਦਾ ਕੀ ਮਤਲਬ ਹੈ? ਕਿਉਂਕਿ ਰੱਬ ਅੰਦਰ ਦਾ ਹੈ, ਇੱਕ ਅਸੀਂ ਤਸਵੀਰ ਬਣਾ ਲਈ ਜਿਹੜੀ ਸਾਨੂੰ ਦੱਸੀ ਗਈ ਸਾਡੇ ਬਜ਼ੁਰਗਾਂ ਨੇ, ਜਾਂ ਜੋ ਅੱਜ ਪ੍ਰਚਾਰ ਚੱਲਦਾ ਕਈ ਥਾਈਂ ਤੇ ਉੱਤੇ ਕਿਹਾ ਜਾਂਦਾ ਕਿ ਰੱਬ ਦੀ ਮੂਰਤ ਤੁਹਾਡੇ ਅੰਦਰ ਹੈਗੀ ਹੈ। ਉਹ ਮੂਰਤ ਨੂੰ ਅਸੀਂ ਸਮਝ ਲਿਆ ਕਿ ਸ਼ਾਇਦ ਕੋਈ ਸ਼ਕਲ ਹੈਗੀ ਹੈ, ਕੋਈ ਮੂਰਤ ਹੈਗੀ ਹੈ ਜਿਹੜੀ ਕਿ ਸਾਡੇ ਅੰਦਰ ਵਸੀ ਪਈ ਹੈ। ਮੈਂ ਮੰਨ ਵੀ ਲਿਆ ਚਲੋ ਉੱਤੇ ਨਹੀਂ ਹੈਗਾ, ਮੈਂ ਉੱਤੇ ਨਹੀਂ, ਰੱਬ ਮੇਰੇ ਅੰਦਰ ਹੈ। ਪਰ ਗੁਰਬਾਣੀ ਕੀ ਕਹਿੰਦੀ ਹੈ? ਰੱਬ ਅੰਦਰ ਹੈ ਤਾਂ ਕੀ ਮਤਲਬ ਹੈ? ਗੁਰਬਾਣੀ ਕਹਿੰਦੀ ਹੈ ਜੀ, ਸਭੇ ਘਟ ਰਾਮ ਬੋਲੇ ਜੀ, ਰਾਮਾ ਬੋਲੇ, ਰਾਮ ਬਿਨਾ ਨਾ ਕੋ ਬੋਲੇ ਰੇ। ਇਹ ਜਿਹੜੀ ਬੋਲਣ ਦੀ ਸ਼ਕਤੀ ਹੈ ਨਾ ਸਾਡੀ ਜੀ, ਇਹਦੇ ਪਿੱਛੇ ਕੋਈ ਕੰਮ ਕਰ ਰਿਹਾ। ਜਾਂ ਜਿਵੇਂ ਅੱਜ ਸਾਇੰਸ ਦੀ ਦੁਨੀਆ 'ਚ ਜਦੋਂ ਲੋਕ ਕਹਿੰਦੇ ਆ ਤਾਂ ਉਹ ਕਹਿੰਦੇ ਤੱਤਾਂ ਤੋਂ ਬਣਿਆ, ਪਰ ਤੱਤ ਵੀ ਤਾਂ ਕਿਸੇ ਨੇ ਬਣਾਏ ਨੇ। ਬਿਲਕੁਲ। ਜਿਹਨੇ ਤੱਤ ਬਣਾਏ ਨੇ ਫਿਰ ਤੱਤ ਇੱਕ ਥਾਂ ਤੇ ਇਕੱਠੇ ਕਰਤੇ ਨੇ। ਹੁਣ ਇਹ ਗੱਲ ਇੱਦਾਂ ਦੀ ਹੈ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੇ ਜਦੋਂ ਪਰਮਾਤਮਾ ਦੀ ਗੱਲ ਦੱਸੀ ਹੈ, ਉਹ ਅੰਦਰ ਦੱਸਣ ਦੀ ਗੱਲ ਇਹੀ ਕਹਿੰਦੇ ਆ ਵੀ ਤੂੰ ਰੱਬ ਦਾ ਅੰਸ਼ ਹੈ, ਉਹਦੇ ਤੋਂ ਪੈਦਾ ਹੋਇਆ, ਤੇ ਤੇਰੀ ਹੋਂਦ, ਤੇਰੀ ਜਿਹੜੀ ਹਸਤੀ ਹੈ ਉਹਨਾਂ ਚਿਰ ਤੱਕ ਹੀ ਹੈ ਜਿੰਨਾ ਚਿਰ ਤੱਕ ਉਹ ਗੁਣ ਤੇਰੇ 'ਚ ਵਸਦੇ ਰਹਿਣਗੇ। ਠੀਕ। ਤੂੰ ਉਹਦੇ ਨਾਲ ਜੁੜਿਆ ਰਹੇਗਾ। ਬਾਣੀ ਦੇ ਵਾਕ ਨੇ, ਗੱਲ ਲੰਬੀ ਹੋ ਜਾਊਗੀ। 4 ਸ਼ਲੋਕ ਬਾਬਾ ਕਬੀਰ ਜੀ ਨੇ ਦਰਜ ਕੀਤੇ ਆ, ਮੈਂ ਕੋਸ਼ਿਸ਼ ਕਰੂੰਗਾ ਥੋੜਾ ਸ਼ਾਰਟ 'ਚ ਕਰਦੇ ਆਪਾਂ। ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਅਭਿਮਾਨ। ਜੇ ਤੂੰ ਰੱਬ ਦੇ ਰਾਹ ਤੇ ਤੁਰਨਾ ਤਾਂ ਘੱਟੋ ਘੱਟ ਹੰਕਾਰ ਛੱਡ ਦੇ। ਠੀਕ। ਰੋੜਾ ਜਿਹਾ ਬਣ ਜਾ ਤੂੰ ਉੱਚੀਆਂ ਬਿਲਡਿੰਗਾਂ ਬਣਦਾ ਆ ਤੇ ਰੋੜਾ ਬਣ। ਐਸਾ ਕੋਈ ਦਾਸ ਹੋਏ ਤਾਂ ਹੀ ਮਿਲੇ ਭਗਵਾਨ। ਜੇ ਕੋਈ ਇਦਾਂ ਦਾ ਬੰਦਾ ਬਣ ਜਾਏ ਉਹਨੂੰ ਭਗਵਾਨ ਮਿਲ ਜਾਂਦਾ। ਹੁਣ ਪਹਿਲੀ ਉਦਾਹਰਣ ਦਿੱਤੀ ਜੀ। ਅਗਲੀ ਉਦਾਹਰਣ 'ਚ ਇਸੇ ਉਦਾਹਰਣ ਨੂੰ ਬਾਬਾ ਕਬੀਰ ਜੀ ਨੇ ਖੁਦ ਹੀ ਕੱਟਿਆ। ਕਹਿੰਦੇ ਕਬੀਰ ਰੋੜਾ ਹੁਆ ਤਾਂ ਕਿਆ ਪਿਆ ਪੰਥੀ ਕੋ ਦੁੱਖ ਦੇ। ਵੇਖੀ ਕਿਤੇ ਰੋੜੇ ਤੇ ਰੁਕ ਨਾ ਜਾਈ, ਕਿਉਂਕਿ ਠੀਕ ਹੈ ਉੱਚੀ ਬਿਲਡਿੰਗ ਤੋਂ ਤੂੰ ਰੋੜੇ ਤੇ ਆ ਗਿਆ, ਪਰ ਇਹ ਨਾ ਹੋਵੇ ਵੀ ਲੋਕਾਂ ਦੇ ਰਾਹ 'ਚ ਹੀ ਅੜਦਾ ਫਿਰੇ। ਠੀਕ।
ਹੁਣ ਰੋੜੇ ਗੱਲ ਨਾ ਰੋੜੇ ਨਾਲ ਚੱਲ ਰਹੀ ਹੈ ਨਾ ਬਿਲਡਿੰਗ ਨਾਲ ਚੱਲ ਰਹੀ ਹੈ, ਗੱਲ ਇਹਦੇ ਨਾਲ ਚੱਲ ਰਹੀ ਵੀ ਹੰਕਾਰ ਤੋਂ ਤਾਂ ਥੋੜਾ ਜਿਹਾ ਥੱਲੇ ਆ ਗਿਆ ਤੂੰ, ਪਰ ਹੁਣ ਵੀ ਲੋਕਾਂ ਦੇ ਪੈਰਾਂ 'ਚ ਠੇਡੇ ਦਾ ਕੰਮ ਕਰਦਾ। ਔਰ ਹਰ ਵਿਅਕਤੀ ਵਾਸਤੇ ਹੈ ਇਹ ਗੱਲ, ਉਹ ਯੂਨੀਵਰਸਲ ਤਾਂ ਹੀ ਹੋਊਗੀ ਵੀ ਉਹ ਕੈਨੇਡਾ ਵਾਸਤੇ ਵੀ ਹੋਊਗੀ, ਅਮਰੀਕਾ ਵਾਸਤੇ ਵੀ ਹੋਊਗੀ। ਜਿਵੇਂ ਮੈਂ ਇੱਕ ਦਿਨ ਐਗਜ਼ਾਮਪਲ ਦਿੱਤੀ ਸੀ ਵੀ ਜੇ ਕੋਈ ਇਦਾਂ ਦਾ ਇੰਜੈਕਸ਼ਨ ਬਣ ਜਾਏ ਨਾ ਵੀ ਜਿਹੜੇ ਇੰਜੈਕਸ਼ਨ ਨਾਲ ਉਸ ਤੋਂ ਬਾਅਦ ਕੋਈ ਬਿਮਾਰੀਆਂ ਨਾ ਲੱਗਣ, ਕੋਈ ਰੋਗ ਨਾ ਲੱਗੇ, ਇੱਕ ਹੀ ਇੰਜੈਕਸ਼ਨ ਬਣਾਤਾ ਸਾਇੰਸ ਨੇ, ਕਦੀ ਨਹੀਂ ਬਣਾਉਣਗੇ। ਜੇ ਬਣਾਉਣਗੇ ਤਾਂ ਸਭ ਤੋਂ ਵੱਧ ਡਾਕਟਰ ਵਿਰੋਧ ਕਰਨਗੇ। ਬਿਲਕੁਲ, ਉਹ ਕਹਿਣਗੇ ਵੀ ਜੇ ਤੁਸੀਂ ਇਦਾਂ ਕਰ ਦੇਣਾ ਫਿਰ ਸਾਡਾ ਕੀ ਕੰਮ, ਸਾਡੀ ਲੋੜ ਹੀ ਕੀ ਫਿਰ। ਹਾਂ, ਸਾਡੀ ਲੋੜ ਕੀ। ਸੋ ਇਦਾਂ ਧਰਮ ਦੇ ਜਿਹੜੇ ਠੇਕੇਦਾਰ ਨੇ ਨਾ ਉਹ ਵੀ ਉਸੇ ਕੈਟਾਗਰੀ ਦੇ ਹੁੰਦੇ ਨੇ। ਲੈਣੇ ਇੱਕ ਛੋਟੀ ਜਿਹੀ ਬ੍ਰੇਕ ਦੀ ਸਮਾਂ ਬ੍ਰੇਕ ਦਾ, ਤੇ ਵਾਪਸ ਆ ਕੇ ਇਸੇ ਵਿਸ਼ੇ ਨੂੰ ਅੱਗੇ ਕੰਟੀਨਿਊ ਕਰਦੇ ਹਾਂ। ਧੰਨਵਾਦ ਤੁਹਾਡਾ। ਮੋਟਾਪਾਪਨ ਇੱਕ ਵੱਡੀ ਸਮੱਸਿਆ ਹੈ ਤੇ ਇਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਜੁੜੀਆਂ ਹਨ। ਕੀ ਤੁਹਾਨੂੰ ਪਤਾ ਹੈ ਕਿ ਤੁਹਾਡਾ ਆਈਡੀਅਲ weight ਕੀ ਹੋਣਾ ਚਾਹੀਦਾ ਹੈ? ਮਾਰਕਸ ਫਾਰਮੇਸੀ ਤੇ ਅਪਾਇੰਟਮੈਂਟ ਬੁੱਕ ਕਰਾਓ ਤੇ ਜਾਣਕਾਰੀ ਲਓ ਕਿ ਕਿਵੇਂ ਫੈਟ ਘਟਾਉਣਾ ਹੈ। weight loss ਲਈ ਨੈਚੁਰਲ ਰੈਮੇਡੀਜ਼ ਅਪਣਾਓ ਤੇ ਜ਼ਿੰਦਗੀ ਵਿੱਚ ਮੁੜ ਤੋਂ ਖੁਸ਼ੀਆਂ ਵਾਪਸ ਲਿਆਓ। ਇਹ ਤੁਹਾਡਾ BMI ਵੇਖ ਕੇ ਡਾਈਟ ਪਲਾਨ ਵੀ ਬਣਾਉਣਗੇ। ਵਾਜਬ ਕੀਮਤਾਂ ਤੇ ਸਪਲੀਮੈਂਟਸ ਤੇ ਦਵਾਈਆਂ ਵੀ ਲੈ ਸਕਦੇ ਹੋ। 120 ਸਟਰੀਟ ਤੇ 80 ਐਵਨਿਊ ਡੈਲਟਾ ਵਿੱਚ ਹੈ ਮਾਰਕਸ ਫਾਰਮੇਸੀ। 6045961774। ਜੀਵਨ ਦਾ ਕੀ ਮਕਸਦ ਹੈ ਤੇ ਕਿਸ ਤਰੀਕੇ ਨਾਲ ਅਸੀਂ ਗੁਰਬਾਣੀ ਨੂੰ ਸਮਝਣਾ ਹੈ, ਇਸ ਬਾਰੇ ਅਸੀਂ ਚਰਚਾ ਕਰ ਰਹੇ ਹਾਂ ਭਾਈ ਨਛੱਤਰ ਸਿੰਘ ਜੀ ਨਾਲ। ਆਓ ਕੁਝ ਹੋਰ ਜਾਣਕਾਰੀ ਲੈਣੇ ਜੀ। ਭਾਈ ਸਾਹਿਬ, ਸੋ ਰੋੜੇ ਦਾ ਐਗਜ਼ਾਮਪਲ ਤੁਸੀਂ ਦੇ ਰਹੇ ਸੀ। ਹਾਂਜੀ, ਗੁਰੂ ਸਾਹਿਬ ਫਿਰ ਭਗਤ ਜੀ ਉਸ ਐਗਜ਼ਾਮਪਲ ਨੂੰ ਕੱਟਦੇ, ਕਹਿੰਦੇ ਰੋੜਾ ਹੁਆ ਤਾਂ ਕਿਆ ਪਿਆ ਪੰਥੀ ਕੋ ਦੁੱਖ ਦੇ, ਹਰ ਜਨ ਐਸਾ ਚਾਹੀਏ ਜੋ ਧਰਣੀ ਮੈਂ ਖੇ। ਵੀ ਥੋੜਾ ਹੋਰ ਥੱਲੇ ਆ ਵੀ ਖੇ ਬਣ ਤੂੰ। ਖੇ ਦਾ ਅਰਥ ਹੈ ਵੀ ਹੋਰ ਨਿਮਰਤਾ ਚ ਆ ਜਾ ਤੂੰ, ਵੀ ਰੋੜਾ ਵੀ ਨਾ ਬਣੀ। ਰਾਈਟ। ਫਿਰ ਅਗਲੇ ਸ਼ਲੋਕ 'ਚ ਇਸ ਐਗਜ਼ਾਮਪਲ ਨੂੰ ਵੀ ਕੱਟਿਆ ਕਬੀਰ ਸਾਹਿਬ ਨੇ। ਕਬੀਰ ਖੇ ਪਈ ਤੋਂ ਕਿਆ ਹੁਆ ਜੋ ਉੱਡ ਲਾਗੇ ਅੰਗ। ਵੀ ਵੇਖੀ ਕਿਤੇ ਵੀ ਤੂੰ ਰੋੜੇ ਤੋਂ ਖੇ ਬਣ ਕੇ ਤੇ ਲੋਕਾਂ ਦੇ ਚਿਹਰੇ ਹੀ ਨਾ ਗੰਦੇ ਕਰੀ। ਹੁਣ ਫਿਰ ਖੇ ਨਾਲ ਗੱਲ ਨਹੀਂ ਚੱਲ ਰਹੀ। ਸਾਰੇ ਉਹਨਾਂ ਪਰਸਨਾਂ ਦੇ ਨਾਲ ਜਿਹੜੇ ਪਰਸਨ ਸਮਾਜ ਦੇ ਵਿੱਚ ਲੋਕਾਂ ਦੇ ਚਿਹਰੇ ਗੰਦੇ ਕਰਦੇ ਆ, ਆਪਣੇ ਚਿਹਰੇ ਦੀ ਗੰਦੀ ਨੁਹਾਰ ਸਮਾਜ ਦੇ ਸਾਹਮਣੇ ਬਣਾਉਂਦੇ ਆ, ਜਿਹੜੇ ਬੰਦਿਆਂ ਵੱਲ ਵੇਖ ਕੇ ਸਾਨੂੰ ਨਫ਼ਰਤ ਹੋਣ ਲੱਗ ਪੈਂਦੀ ਵੀ ਯਾਰ ਇਦਾਂ ਦੇ ਥੋੜੀ ਬੰਦੇ ਹੁੰਦੇ ਆ, ਰੱਬ ਨੇ ਇਦਾਂ ਦੇ ਬੰਦੇ ਥੋੜੀ ਪੈਦਾ ਕੀਤੇ ਹੋਣੇ ਆ। ਖੇ ਭਈ ਤੋਂ ਕਿਆ ਹੁਆ ਜੋ ਉੱਡ ਲਾਗੇ ਅੰਗ। ਫਿਰ ਮਹਾਰਾਜ ਕੀ ਹੈ ਅਖੀਰ? ਕਹਿੰਦੇ ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਬੰਗ। ਪਾਣੀ ਬਣ ਜਾਓ। ਹੁਣ ਅਗਲੀ ਪਾਣੀ ਦੀ ਐਗਜ਼ਾਮਪਲ ਕਿਉਂ ਦਿੱਤੀ? ਪਾਣੀ ਚੱਲੇ ਨਹੀਂ ਵਾਣ ਨੂੰ। ਬੜਾ ਨੁਕਤਾ ਗੁਰੂ ਸਾਹਿਬ ਜੀ ਨੇ ਪਾਵਰਫੁਲ ਦੱਸਿਆ ਆ। ਅਗਲੀ ਐਗਜ਼ਾਮਪਲ ਵਿੱਚ ਇਹ ਵੀ ਐਗਜ਼ਾਮਪਲ ਕੱਟਦੀ। ਕਹਿੰਦੇ ਕਬੀਰ ਪਾਣੀ ਹੁਆ ਤਾਂ ਕਿਆ ਹੋਆ ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਜਦੋਂ ਕੋਈ ਬੰਦਾ ਤੈਨੂੰ ਮਿਲੇ, ਤੇਰੇ ਨਾਲ ਗੱਲ ਕਰੇ, ਤੇ ਤੂੰ ਪਾਣੀ ਨਾ ਬਣੀ, ਕਿਉਂਕਿ ਪਾਣੀ ਦਾ ਸੁਭਾਅ ਆ ਜੀ ਉਹਨੂੰ ਤੱਤੇ ਥਾਂ ਤੇ ਰੱਖ ਦੋ ਤੇ ਤੱਤਾ, ਠੰਡੇ ਥਾਂ ਤੇ ਰੱਖ ਦੋ ਠੰਡਾ। ਮਨੁੱਖ ਕੀ ਹੈ? ਇਹ ਦੁੱਖ 'ਚ ਹੋਵੇ, ਤਤੀ ਤਵੀ ਤੇ ਹੋਵੇ ਤਾਂ ਵੀ ਠੰਡਾ ਹੋਵੇ, ਠੰਡੇ ਬੁਰਜ 'ਚ ਬੈਠਾ ਹੋਵੇ ਤਾਂ ਵੀ ਠੀਕ ਹੋਵੇ, ਇਹ ਖੋਪੜ ਲਵਾ ਰਿਹਾ ਹੋਵੇ ਤਾਂ ਵੀ ਉਹੋ ਜਿਹਾ ਹੋਵੇ, ਇਹਦੇ ਸਿਰ ਤੇ ਜਿੱਦਣ ਤਾਜ ਆ ਜਾਏ, ਇਹ ਬਾਦਸ਼ਾਹ ਬਣ ਜਾਏ, ਤੇ ਕਿਤੇ ਇਹਦੇ ਦਿਮਾਗ 'ਚ ਇਦਾਂ ਨਾ ਚੱਲੇ ਗੱਲ ਵੀ ਜਿਹੜੇ ਜਿਹੜੇ ਬੰਦਿਆਂ ਨੇ ਮੈਨੂੰ ਕੱਲ ਤੱਕ ਦੁਖੀ ਕੀਤਾ ਸੀ ਨਾ, ਹੁਣ ਆਪਾਂ ਬਾਦਸ਼ਾਹ ਬਣ ਗਏ ਵੀ ਸਾਰੇ। ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਅੱਜ ਇਹ ਚੀਜ਼ਾਂ ਸਾਹਮਣੇ ਆਈਆਂ ਨਹੀਂ ਜੀ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਅੱਧੀ ਸਦੀ ਰਾਜ ਕੀਤਾ, ਔਰ ਹੈਰਾਨ ਹੁੰਨੇ ਆ ਅਸੀਂ ਇਤਿਹਾਸ ਪੜ੍ਹ ਕੇ, ਇੱਕ ਵੀ ਗੈਰ ਸਿੱਖ ਨੂੰ ਫਾਂਸੀ ਨਹੀਂ ਲੱਗੀ ਪੂਰੇ ਰਾਜ ਕਾਲ ਦੌਰਾਨ। ਨਹੀਂ ਤੇ ਇਦਾਂ ਨਹੀਂ ਹੋ ਮੁਸਲਮਾਨਾਂ ਨਾਲ ਸਾਡੀ ਲੜਾਈ ਸੀਗੀ ਪੂਰਨ ਤੌਰ ਤੇ, ਔਰ ਪੂਰਾ ਖੰਡਾ ਖੜਕਦਾ ਰਿਹਾ ਆ। ਤੇ ਚਾਹੁੰਦੇ ਤਾਂ ਮਹਾਰਾਜਾ ਛੋਟੇ ਬੰਦੇ ਵੀ ਆਣ ਕੇ ਕਹਿੰਦੇ ਜੀ ਫਲਾਣੇ ਥਾਂ ਤੇ ਸਾਨੂੰ ਬੰਦਾ ਦੁਖੀ ਕਰਦਾ ਜੀ ਮਹਾਰਾਜ। ਕਹਿੰਦੇ ਨਹੀਂ, ਜੇ ਤੁਹਾਡੇ ਹੱਥ ਵਿੱਚ ਪਾਵਰ ਆਈ ਹੈ ਨਾ, ਫਿਰ ਸੀਰਾ ਤਾਤਾ ਹੋਏ ਨਾ ਹੋਵੇ ਵੀ ਤੱਤੇ ਥਾਂ ਤੇ ਬਹਿ ਜਾਓ ਤੇ ਤਪ ਜਾਓ, ਠੰਡੇ ਤੇ ਹੋ ਜਾਓ ਤੇ ਠਰ ਜਾਓ। ਨਿਊਟਰਲ ਰਹਿਣਾ, ਜਿਵੇਂ ਰੱਬ ਕਦੀ ਦੁਖੀ ਨਹੀਂ ਹੁੰਦਾ। ਬੰਦੇ ਆ ਇਦਾਂ ਦਾ ਸੁਭਾਅ ਆਪਣਾ ਬਣਾ, ਇਹ ਹੈ ਰੱਬ ਦਾ ਪ੍ਰਗਟ ਹੋਣਾ, ਨਾ ਕਿ ਕੋਈ ਮੂਰਤ ਦਾ ਘਰ ਲੈਣਾ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਸੋ ਅਵਸਥਾ ਜੋ ਹੈ ਉਹੋ ਜਿਹੀ ਲਿਆਣੀ ਹੈ, ਉਹ ਗੁਰਬਾਣੀ ਸਾਨੂੰ ਸਿਖਾਉਂਦੀ ਹੈ, ਨਾ ਕਿ ਕੋਈ ਮੂਰਤੀ ਜਾਂ ਕੋਈ ਹੋਰ। ਪਰ ਕੀ ਹੋਇਆ ਕਿ ਇਹ ਕੌਮ ਦੇ ਵਿੱਚ ਜਿੱਥੇ ਕਿ ਐਡੇ ਉੱਚ ਅਸੂਲ ਸਨ, ਅੱਜ ਅਸੀਂ ਤਸਵੀਰਾਂ ਨੂੰ ਮੱਥਾ ਟੇਕਣਾ ਸ਼ੁਰੂ ਕਰ ਦਿੱਤਾ। ਹੁਣ ਤਾਂ ਮੂਰਤੀਆਂ ਵੀ, ਅਸੀਂ ਉਂਝ ਮੂਰਤੀ ਪੂਜਾ ਦੇ ਅਗੇਂਸਟ ਅਸੀਂ ਬੋਲਦੇ ਹਾਂ ਜੇਕਰ ਕੋਈ ਕਰਦਾ ਹੈ, ਪਰ ਅੱਜ ਅਸੀਂ ਆਪਣੇ ਘਰਾਂ ਦੇ ਵਿੱਚ ਹੀ, ਆਪਣੀਆਂ ਗੱਡੀਆਂ ਵਿੱਚ ਹੀ ਉਹ ਮੂਰਤਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਦੇ ਅੱਗੇ ਲੋਕ ਸਵੇਰੇ ਉੱਠ ਕੇ ਮੱਥਾ ਵੀ ਟੇਕਦੇ ਨੇ। ਸੋ ਇਹ ਕੀ ਕਾਰਨ ਤੁਸੀਂ ਸਮਝੋ? ਨਿਖਾਰ ਜਿਹੜਾ ਸ਼ੁਰੂ ਹੋਇਆ, ਇਸ ਦੇ ਵਿੱਚ ਕੀ ਕਾਰਨ ਹੋ ਸਕਦਾ ਹੈ? ਇਹਦੇ 'ਚ ਨਾ ਪੁਜਾਰੀ ਸ਼੍ਰੇਣੀ ਬਹੁਤ ਹੈਵੀ ਹੈ ਜੀ। ਜਿਹੜਾ ਆਪਾਂ ਗੱਲ ਕਰਦੇ ਆ ਨਾ ਵੀ, ਮੈਂ ਪਿਛਲੇ 'ਚ ਜ਼ਿਕਰ ਕੀਤਾ ਸੀਗਾ ਵੀ ਜਿਹੜਾ ਪ੍ਰਚਾਰਕ ਹੈ ਨਾ, ਉਹ ਸਵਾਰਥ ਅਧੀਨ ਇੱਥੇ ਆਇਆ, ਸਵਾਰਥ ਆ ਉਹਦਾ ਕੋਈ ਨਾ ਕੋਈ ਜੀ। ਹੁਣ ਉਹ ਜਦੋਂ ਬਾਣੀ ਦੀ ਕਥਾ ਕਰਦਾ ਨਾ, ਜਾਂ ਬਾਣੀ ਦੀ ਵਿਚਾਰ ਦਿੰਦਾ, ਉਹ ਸੋਚਦਾ ਵੀ ਜਿਹੜੇ ਸਾਹਮਣੇ ਸਰੋਤੇ ਬੈਠੇ ਨੇ, ਇਹਦੇ 'ਚ ਕੋਈ ਵੀ ਨਾਰਾਜ਼ ਨਾ ਹੋਵੇ।
ਨਾਰਾਜ਼ ਕਿਉਂ ਨਾ ਹੋਵੇ, ਕਿਉਂਕਿ ਸਾਨੂੰ ਇਦਾਂ ਲੱਗਣ ਲੱਗ ਪਿਆ ਵੀ ਅਸੀਂ ਆਪਣਾ ਰੋਜੀ ਰੋਟੀ ਦਾ ਸਾਧਨ ਉਹ ਸਾਹਮਣੇ ਵਾਲੇ ਸਰੋਤੇ ਬਣਾ ਲਏ। ਠੀਕ, ਹੁਣ ਗੱਲ ਤਾਂ ਇਹ ਚੁੱਭ ਜਾਣੀ ਜੀ ਕਈ, ਚਲੋ ਗੁਰੂ ਨਾਨਕ ਦੇ ਕੁਕਰਾਂ ਦੀ ਕਹਿਣੀ ਸਾਡਾ ਫਰਜ਼ ਬਣਦਾ। ਮੈਂ ਕਈ ਵਾਰ ਕਹਿੰਦਾ ਹੁੰਦਾ ਵੀ ਜਦੋਂ ਗੁਰਦੁਆਰੇ 'ਚ ਅਸੀਂ ਕਹਿੰਦੇ ਸੱਚ ਬੋਲਿਆ ਜਾਂਦਾ, ਸੱਚਾਈ ਹੈ ਵੀ ਸੱਚ ਬੋਲਿਆ ਜਾਂਦਾ, ਪਰ ਤੁਸੀਂ ਅੱਜ ਜਾਓਗੇ ਨਾ ਤੇ ਤੁਸੀਂ ਗੁਰਦੁਆਰੇ ਦੇ ਵਿੱਚ ਬਹੁਤਿਆਂ 'ਚ, ਸਾਰਿਆਂ 'ਚ ਨਹੀਂ, ਬਹੁਤਿਆਂ ਗੁਰਦੁਆਰਿਆਂ 'ਚ ਤੁਸੀਂ ਅੱਧਾ ਘੰਟਾ ਰੁਕੋਗੇ ਨਾ ਤੇ ਤੁਹਾਨੂੰ ਅੱਧੇ ਘੰਟੇ ਦੇ ਵਿੱਚ ਘੱਟੋ ਘੱਟ 7 ਐਗਜ਼ਾਮਪਲਾਂ ਐਸੀਆਂ ਮਿਲਣਗੀਆਂ ਜਿਹੜੀਆਂ ਝੂਠ ਤੇ ਚੱਲ ਰਹੀਆਂ ਹੋਣਗੀਆਂ ਜੀ, ਜਿਹਦੇ ਵਿੱਚੋਂ ਇੱਕ ਐਗਜ਼ਾਮਪਲ ਮੈਂ ਦਿੰਦਾ। ਕੋਈ ਬੰਦਾ ਸੰਸਾਰ ਤੇ ਐਸਾ ਜਿਹੜਾ ਬਹੁਤਾ ਜੀਵਨ ਉਹਦਾ ਚੰਗਾ ਨਹੀਂ, ਉਹਦੀ ਡੈਥ ਹੋ ਗਈ ਤੇ ਉਹਦਾ ਭੋਗ ਪਿਆ, ਉਹਨੂੰ ਗੁਰਮੁਖ ਕਰਕੇ ਤੁਸੀਂ ਮਤਲਬ ਸਰਟੀਫਿਕੇਟ ਦੇਣਾ ਹੀ ਦੇਣਾ ਹੈ। ਬਿਲਕੁਲ, ਜੇ ਬੋਲਣ ਵਾਲੇ ਨੇ ਵੀ ਦੇਣਾ ਆ ਤੇ ਅਰਦਾਸ ਵਿੱਚ ਵੀ ਉਹਨੂੰ ਸਰਟੀਫਿਕੇਟ ਗੁਰਮੁਖਤਾਈ ਦਾ ਦੇਣਾ ਹੈ। ਰਾਈਟ। ਹੁਣ ਜਿਹੜੇ ਬਾਕੀ ਲੋਕ ਉੱਥੇ ਗਏ ਹੋਏ ਆ ਉਹ ਸੋਚਦੇ ਆ ਵੀ ਅੱਛਾ ਇਦਾਂ ਦਾ ਵੀ ਗੁਰਮੁਖ ਹੁੰਦਾ, ਮਤਲਬ ਕਿਉਂਕਿ ਸਾਰੇ ਜਾਣਦੇ ਨੇ, ਜਿਹੜੇ ਉੱਥੇ ਸ਼ਾਮਲ ਹੋਏ ਨੇ ਉਹ ਚੰਗੀ ਤਰ੍ਹਾਂ ਜਾਣਦੇ ਉਹਨੂੰ, ਉਹ ਸੋਚਦੇ ਵੀ ਠੀਕ ਆ ਵੀ ਜੇ ਤਾਂ ਇੱਥੇ ਆਣ ਕੇ ਵੀ ਇਦਾਂ ਦਾ ਵੀ ਬੰਦਾ ਗੁਰਮੁਖ ਬਣ ਜਾਂਦਾ ਫਿਰ ਬਹੁਤੀ ਚਿੰਤਾ ਕਰਨ ਦੀ ਲੋੜ ਨਹੀਂ ਵੀ ਤੁਸੀਂ ਆਪਣਾ ਜੀਵਨ ਸੁਧਾਰੋ ਵੀ ਚੰਗੇ ਇਨਸਾਨ ਬਣੋ। ਜਦੋਂ ਗੁਰਮੁਖ ਬਣ ਹੀ ਇਦਾਂ ਚਾਹੀਦਾ, ਬਿਲਕੁਲ, ਤਾਂ ਫਿਰ ਕੀ ਲੋੜ ਹੈ ਉਹਦੇ ਤੇ ਮਿਹਨਤ ਕਰਨ ਦੀ। ਜਦੋਂ ਮੰਨ ਲਓ ਅਨਪੜ੍ਹ ਨੂੰ ਵੀ ਉਹੀ ਤਨਖਾਹ ਮਿਲ ਜਾਣੀ ਹੈ ਤੇ ਡਿਗਰੀ ਹੋਲਡਰ ਨੂੰ ਵੀ ਉਹ ਤਨਖਾਹ ਮਿਲਣੀ ਹੈ, ਦੱਸੋ ਕਿੰਨੇ ਕੁ ਲੋਕ ਡਿਗਰੀਆਂ ਕਰਨਗੇ ਫਿਰ? ਐਬਸੋਲੂਟਲੀ, ਸੁਭਾਵਿਕ ਜੀ ਗੱਲ ਛੱਡ ਦੇਣਗੇ ਉਹ। ਬਿਲਕੁਲ। ਤੋ ਇਹਦਾ ਕਾਰਨ ਸਭ ਤੋਂ ਵੱਡਾ ਇਹ ਵਾਪਰਿਆ ਵੀ ਸਾਡੀ ਪ੍ਰਚਾਰਕ ਸ਼੍ਰੇਣੀ ਨੇ ਪੂਰਨ ਤੌਰ ਤੇ ਰੋਲ ਜਿਹੜਾ ਆ ਉਹ ਪਲੇ ਨਹੀਂ ਕੀਤਾ। ਸਰੋਤਿਆਂ ਨੂੰ ਉਹਨਾਂ ਨੇ ਆਪਣੀ ਰੋਜੀ ਰੋਟੀ ਸਮਝ ਲਿਆ, ਹਾਲਾਂਕਿ ਰੋਜੀ ਰੋਟੀ ਦੂਜੇ ਨੰਬਰ ਤੇ ਹੈ ਤੇ ਸਿਧਾਂਤ ਪਹਿਲੇ ਨੰਬਰ ਤੇ। ਸ਼ਾਇਦ ਮੇਰੇ ਗੁਰਦੇਵ ਪਿਤਾ ਜੀ ਨੇ ਤਾਂ ਹੀ ਆਪਣਾ ਸਰਬੰਸ ਇਸ ਲਈ ਵਾਰਤਾ ਸੀਗਾ ਵੀ ਕਿਤੇ ਪਰਿਵਾਰ ਕਰਕੇ ਸਿਧਾਂਤ ਨਾ ਰਾਹ 'ਚ ਰੋੜਾ ਬਣ ਜੇ ਤੁਹਾਡੇ। ਤੇ ਮੈਂ ਕਹੀ ਵੀ ਰਿਹਾ ਹੁੰਦਾ ਵੀ ਗੁਰੂ ਨੇ ਸਾਡੇ ਤੋਂ ਪਰਿਵਾਰ ਵਾਰਿਆ, ਆਪਣੇ ਪਰਿਵਾਰ ਦੇ ਬਦਲੇ ਮੈਂ ਗੁਰੂ ਦੇ ਸਿਧਾਂਤ ਦਾ ਜਿਹੜਾ ਉਹ ਘਾਣ ਕਰਦਾ। ਤੋ ਇਹ ਲਗਾਤਾਰ ਫਿਰ ਗੁਰਦੁਆਰੇ ਸ਼ੁਰੂ ਹੋ ਗਿਆ। ਉਹਨਾਂ ਹੁਣ ਬਾਣੀ ਦੇ ਵਿੱਚ ਬੁੱਤ ਪੂਜ ਹਿੰਦੂ ਮੋਏ ਤੁਰਕ ਮੋਏ ਸਿਰਨਾਏ ਓਹਲੇ ਜਾਰੇ ਓਹਲੇ ਗਾਡੇ ਤੇਰੀ ਗਤ ਦੂ ਨਾ ਪਾਈ। ਜਾਂ ਗੁਰੂ ਸਾਹਿਬ ਜੀ ਕਹਿੰਦੇ ਜੋ ਪਾਥਰ ਕੀ ਪਾਈ ਪਾਏ ਤਾਂ ਕੀ ਘਾਲ ਅਜਾਈ ਜਾਏ। ਗੁਰ ਮੂਰਤ ਗੁਰ ਸ਼ਬਦ ਹੈ, ਵੀ ਗੁਰੂ ਦੀ ਮੂਰਤ ਤਾਂ ਗੁਰੂ ਦਾ ਸ਼ਬਦ ਹੀ ਹੈ, ਇਹਨੂੰ ਮਨ ਵਿੱਚ ਟਿਕਾਉਣਾ ਆ, ਇਹਨੂੰ ਹਿਰਦੇ 'ਚ ਧਾਰਨਾ ਆ। ਹੁਣ ਇਹ ਕੋਟੇਸ਼ਨਾਂ ਨਾ ਵਰਤ ਕੇ ਵੇਖੋ ਜੀ ਜੇ ਅਸੀਂ ਫੋਟੋ ਨਹੀਂ ਰੱਖਾਂਗੇ ਫਿਰ ਸਾਡਾ ਮਨ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਖਿਆਲ ਕਿਵੇਂ ਆਊਗਾ। ਅੱਛਾ, ਗੁਰੂ ਨਾਨਕ ਸਾਹਿਬ ਜੀ ਦਾ ਖਿਆਲ ਲਿਆਉਣਾ ਸੀ ਕਿ ਜਾਂ ਅਕਾਲ ਪੁਰਖ ਦਾ ਲਿਆਉਣਾ ਸੀ ਜੀ? ਚਲੋ ਜੇ ਗੁਰੂ ਨਾਨਕ ਸਾਹਿਬ ਜੀ ਦਾ ਵੀ ਲਿਆਉਣਾ ਸੀ, ਜਪਜੀ ਸਾਹਿਬ ਚੋਂ ਗੁਰੂ ਨਾਨਕ ਸਾਹਿਬ ਦਾ ਖਿਆਲ ਨਹੀਂ ਆਉਂਦਾ? ਬਿਲਕੁਲ ਆ ਸਕਦਾ ਸੀ ਨਾ। ਐਬਸੋਲੂਟ। ਹੁਣ ਇਹ ਸਾਰੀਆਂ ਗੱਲਾਂ ਸ਼ਬਦ ਨਾਲੋਂ ਤੋੜਨ ਲਈ ਨੇ। ਇੱਕ ਧਿਰ ਬੜੇ ਲੰਮੇ ਸਮੇਂ ਤੋਂ ਕੋਸ਼ਿਸ਼ ਕਰ ਰਹੀ ਸੀ ਵੀ ਸਿੱਖ ਸ਼ਬਦ ਨਾਲੋਂ ਟੁੱਟ ਜਾਏ, ਇਹਨੂੰ ਕਾਮਯਾਬ ਹੋਏ। ਹਾਂ, ਅੱਜ ਉਹ ਕਾਮਯਾਬ ਹੋ ਗਏ, ਕਿਉਂਕਿ ਜੇ ਉਹ ਦੂਜੀ ਮੂਰਤ ਲਿਆ ਕੇ ਸਾਨੂੰ ਦਿੰਦੇ ਕਿ ਆਹ ਮੂਰਤ ਰੱਖੋ, ਆਪਾਂ ਕਹਿਣਾ ਸੀ ਨਹੀਂ। ਉਹਨਾਂ ਕਿਹਾ ਫਿਰ ਤੁਸੀਂ ਆਪਣੀ ਰੱਖ ਲਓ। ਤੇ ਉਸ ਮੂਰਤ ਦੇ ਆਸਰੇ ਤੇ ਅਸੀਂ ਸਿਧਾਂਤ ਨਾਲੋਂ ਟੁੱਟ ਗਏ ਤੇ ਮੂਰਤ ਘਰ ਵਿੱਚ ਟੰਗੀ ਹੈ, ਬੰਦਾ ਸ਼ਰਾਬੀ ਹੈ। ਮੂਰਤ ਡਾਕਟਰ ਦੀ ਦੁਕਾਨ ਤੇ ਲੱਗੀ ਹੈ ਪਰ ਡਾਕਟਰ ਬੇਈਮਾਨ ਹੈ। ਮੂਰਤ ਵਕੀਲ ਦੇ ਦਫ਼ਤਰ 'ਚ ਲੱਗੀ ਹੈ ਪਰ ਵਕੀਲ ਬੇਈਮਾਨ ਹੈ। ਮੂਰਤ ਪ੍ਰਚਾਰਕ ਦੇ ਸਾਹਮਣੇ ਵੀ ਹੈਗੀ ਹੈ ਪਰ ਸਿਧਾਂਤ ਪ੍ਰਚਾਰਕ ਦੇ ਸਾਹਮਣੇ ਹੈ ਨਹੀਂ। ਤੋ ਮੂਰਤ ਤੇ ਸ਼ਬਦ ਦਾ ਫਰਕ ਹੀ ਹੈ, ਇਸ ਕਰਕੇ ਉਹ ਪ੍ਰਚਲਿਤ ਹੋ ਗਈ ਗੱਲ। ਰਾਈਟ। ਇਹ ਬੜੀ ਇੱਕ ਇੰਪੋਰਟੈਂਟ ਗੱਲ ਹੈਗੀ ਹੈ ਕਿ ਅਸਲ ਵਿੱਚ ਤਾਂ ਇਹ ਕੋਈ ਧਰਮ ਨਹੀਂ ਚੱਲਿਆ ਸੀ, ਤਾਂ ਯੂਨੀਵਰਸਲ ਮੈਸੇਜ ਹੈਗਾ ਸੀ, ਇੱਕ ਉਹ ਧਰਮ ਦ੍ਰਿੜੇ ਸੱਚ ਕੋਏ। ਬਿਲਕੁਲ ਰਾਈਟ। ਉਹ ਸੱਚ ਦਾ ਆਧਾਰ ਜਿਹੜਾ ਹੈਗਾ ਸੀ, ਇਸ ਕਾਰਨ ਗੁਰੂ ਨਾਨਕ ਸਾਹਿਬ ਨੇ ਇੱਕ ਨਵੀਂ ਪਰੰਪਰਾ ਚਲਾਈ, ਨਵੀਂ ਰੀਤ ਚਲਾਈ, ਜਿਸ ਵਿੱਚ ਕਿ ਸੱਚ ਨੂੰ ਸੱਚ ਕਹਿ ਸਕੋ ਤੇ ਜੋ ਹਕੀਕਤ ਹੈ ਉਹ ਲਿਆਓ ਤੇ ਆਪਣੇ ਜੀਵਨ ਵਿੱਚ ਸੁਧਾਰ ਲਿਆਓ। ਪਰ ਅੱਜ ਅਸੀਂ ਵੀ ਉਸ ਨੂੰ ਨਿਚੋੜ ਦਿੱਤਾ ਅਤੇ ਆਪਣੇ ਮਨਮਰਜ਼ੀ ਨਾਲ ਅਸੀਂ ਜੋ ਚਾਹੁੰਦੇ ਹਾਂ ਉਸ ਤਰੀਕੇ ਨਾਲ ਅਸੀਂ ਅੱਜ ਧਰਮ ਨੂੰ ਸੰਕੋਚ ਕਰ ਦਿੱਤਾ। ਤੁਸੀਂ ਦੁਨੀਆ ਭਰ ਵਿੱਚ ਜਾਂਦੇ ਹੋ, ਵਿਚਾਰ ਵਟਾਂਦਰਾ ਕਰਦੇ ਹੋ, ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ। ਕਿੰਨੀ ਕੁ ਚੇਤਨਤਾ ਤੁਸੀਂ ਦੇਖ ਰਹੇ ਹੋ ਲੋਕਾਂ ਦੇ ਵਿੱਚ, ਜਾਂ ਅਜੇ ਵੀ ਮੈਂ ਇੱਥੋਂ ਤੱਕ ਹੀ ਸੀਮਿਤ ਹਾਂ ਕਿ ਗੁਰਦੁਆਰੇ ਗਿਆ, ਕੀਰਤਨ ਬੜਾ ਵਧੀਆ ਸੀ ਜੀ, ਕਥਾ ਬਹੁਤ ਵਧੀਆ ਸੀ ਜੀ, ਪਰ ਉਹ ਵਧੀਆਪਨ ਜਿਹੜਾ ਕਿਵੇਂ ਆਪਣੇ ਜੀਵਨ 'ਤੇ ਲਾਗੂ ਕਰਨਾ ਹੈ, ਕਿਵੇਂ ਉਹ ਚੀਜ਼ ਨੂੰ, ਉਸ ਐਗਜ਼ਾਮਪਲ ਨੂੰ ਜਾਂ ਉਸ ਸੋਚ ਨੂੰ ਭਾਰੂ ਕਰਨਾ ਹੈ, ਕਿ ਇਸ ਪ੍ਰਤੀ ਵੀ ਕੋਈ ਸੁਹਿਰਦਤਾ ਤੁਹਾਨੂੰ ਨਜ਼ਰ ਆ ਰਹੀ ਹੈ? ਵੀ ਜੀ ਪਿਛਲੇ ਨਾ 5-7 ਸਾਲਾਂ ਤੋਂ ਇਹ ਗੱਲ ਜ਼ਰੂਰ ਚੱਲ ਪਈ ਆ ਵੀ ਲੋਕ ਬਾਣੀ ਨੂੰ ਆਪ ਪੜ੍ਹਨ ਲੱਗ ਪਿਆ ਜੀ, ਵੀ ਥੋੜਾ ਬਹੁਤਾ ਜਿੰਨਾ ਕੁ ਵੀ ਹੈ, ਫਿਰ ਬਾਣੀ ਪੜ੍ਹ ਕੇ ਉਹ ਸਵਾਲ ਕਰਨ ਲੱਗ ਪਿਆ। ਇਹ ਜਦੋਂ ਆਮ ਸੰਗਤ ਵਿੱਚ ਜਗਿਆਸਾ ਪੈਦਾ ਹੋ ਜਾਏ ਨਾ, ਅਸਲ 'ਚ ਝਗੜੇ ਦੀ ਜੜ ਵੀ ਇਹੋ ਹੀ ਨੇ। ਜੇ ਤਾਂ ਚੁੱਪ ਕਰਕੇ ਸੁਣ ਕੇ ਚਲੇ ਜਾਣ ਨਾ, ਫਿਰ ਕੋਈ ਰੌਲਾ ਨਹੀਂ ਹੁੰਦਾ। ਤੇ ਜਦੋਂ ਇਹ ਜਗਿਆਸਾ ਲੱਗ ਰਹੀ ਹੈ ਤਾਂ 50% ਲੋਕ ਜਿਹੜੇ ਆ, ਮੈਨੂੰ ਲੱਗਦਾ ਅੱਜ ਜਿਹੜਾ ਅਸੀਂ ਵਿਚਰਦੇ ਹਾਂ ਲੋਕਾਂ 'ਚ, ਤੇ ਨੌਜਵਾਨ ਯੂਥ ਵੀ ਪੜ੍ਹਿਆ ਲਿਖਿਆ ਜਿਹੜਾ ਭਾਵੇਂ ਉਹ ਗੁਰਦੁਆਰੇ ਕਦੀ ਕਦਾਈ ਆਉਂਦਾ ਪਰ ਉਹ ਕੋਸ਼ਿਸ਼ ਕਰਦਾ ਵੀ ਮੈਂ ਬਾਣੀ ਦੇ ਸਿਧਾਂਤ ਨੂੰ ਪੜ੍ਹਾਂ। ਤੇ ਅੱਜ ਕਾਫੀ ਚੇਂਜ ਹੈ। ਤੇ ਜੇ ਇਸੇ ਤਰ੍ਹਾਂ ਹੌਲੀ ਹੌਲੀ ਤਗੜੇ ਨਾ ਹੋ ਗਏ, ਕਾਬਜ਼ ਨਾ ਹੋ ਗਏ, ਉਹ ਪਾਵਰਫੁਲ ਜ਼ਰੂਰ ਨੇ ਵਿਰੋਧੀ ਧਿਰ ਜਿਹੜੀ ਹੈ,
ਪਰ ਜੇ ਉਹ ਕਾਮਯਾਬ ਨਾ ਹੋਏ, ਆਮ ਆਵਾਮ ਜੁੜਿਆ ਰਿਹਾ, ਆਮ ਪਬਲਿਕ ਇਹਦੇ ਨਾਲ ਇਦਾਂ ਜੁੜੀ ਰਹੀ, ਬਾਣੀ ਨੂੰ ਪੜ੍ਹਦੇ ਰਹੇ, ਤੇ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਰਿਜ਼ਲਟ ਜਿਹੜੇ ਉਹ ਚੰਗੇ ਆਉਣਗੇ। ਇੱਕ ਪਾਸੇ ਅਸੀਂ ਕਹਿੰਦੇ ਜੀ ਸਿੱਖੀਜ਼ਮ ਬੜਾ ਜਿਹੜਾ ਹੈ ਰਿਲੀਜਨ ਹੈ ਬੜਾ ਸਾਇੰਟੀਫਿਕ ਹੈਗਾ, ਲੌਜੀਕਲ ਹੈਗਾ। ਯੂਥ ਨੂੰ ਜਦੋਂ ਇਹ ਕਹੀਦਾ ਤਾਂ ਲੋਕ ਉਸ ਨਾਲ ਜੁੜਦੇ ਨੇ। ਪਰ ਦੂਸਰੇ ਪਾਸੇ ਜਦੋਂ ਇਹੋ ਜਿਹੀਆਂ ਕਥਾ ਕਹਾਣੀਆਂ ਸੁਣਾ ਕੇ ਜਿੱਥੇ ਕਿ ਲੋਕਾਂ ਨੂੰ ਇਹ ਕਿਹਾ ਜਾਂਦਾ ਚਮਤਕਾਰਾਂ ਦੀ ਗੱਲਾਂ ਕੀਤੀਆਂ ਜਾਂਦੀਆਂ ਨੇ, ਜਾਂ ਅੱਖਾਂ ਮੀਟ ਕੇ ਤੁਸੀਂ ਰੱਬ ਦੀ ਪ੍ਰਾਪਤੀ ਕਰ ਲੋਗੇ, ਜਾਂ ਉਹ ਚੀਜ਼ਾਂ ਜਿਹੜੀਆਂ ਕਿ ਬਿਲਕੁਲ ਅਨੁਕੂਲ ਨਹੀਂ ਹੁੰਦੀਆਂ ਉਸ ਲੌਜਿਕ ਦੇ, ਉਸ ਸਾਇੰਟੀਫਿਕ ਚੀਜ਼ ਦੇ, ਤਾਂ ਉਹ ਵੀ ਲੋਕਾਂ 'ਚ ਦੁਬਿਧਾ ਪੈਂਦੀ, ਤੇ ਖਾਸ ਤੌਰ 'ਤੇ ਨੌਜਵਾਨ ਪੀੜ੍ਹੀ ਦੇ ਵਿੱਚ। ਕੀ ਸਿੱਖੀਜ਼ਮ ਦੇ ਵਿੱਚ ਚਮਤਕਾਰ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਇਸ ਦੀ ਕੋਈ ਥਾਂ ਹੈਗੀ? ਕੋਈ ਥਾਂ ਨਹੀਂ ਹੈ ਵੀ ਜੀ। ਜਿਹੜਾ ਅਸਲ 'ਚ ਵਿਚਾਰਾਂ ਦਾ ਮਤਭੇਦ ਹੈ ਹੀ ਇੱਥੋਂ ਹੈ, ਕਿਉਂਕਿ ਇੱਕ ਲੌਬੀ ਕਹਿੰਦੀ ਹੈ ਵੀ ਗੁਰੂ ਸਾਹਿਬ ਨੇ ਕਰਾਮਾਤ ਕੀਤੀ ਜੀ, ਹਾਲਾਂਕਿ ਕਰਾਮਾਤ ਉਹ ਇਦਾਂ ਜੋੜਦੇ ਆ ਜਿਵੇਂ ਤੁਸੀਂ ਵੇਖੋ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਵੀ ਅਟਕ ਦਰਿਆ ਤੇ ਆਏ ਤੇ ਦਰਿਆ ਰੁਕ ਗਿਆ, ਠੀਕ ਹੈ, ਉਹ ਬੜੇ ਜ਼ੋਰ ਸ਼ੋਰ ਨਾਲ ਅਸੀਂ ਸੁਣਾਈ ਗੱਲ ਜੀ। ਗੁਰੂ ਸਾਹਿਬ ਜੀ ਸਰਸਾ ਨਦੀ ਤੇ ਆਏ ਤੇ ਸਰਸਾ ਨਦੀ ਨੇ ਪਰਿਵਾਰ ਰੋੜ ਦਿੱਤਾ, ਉਹਦੇ 'ਚ ਬੱਚੇ ਵੀ ਤੇ ਸਾਜੋ ਸਮਾਨ ਰੋੜ। ਹੁਣ ਇਹ ਨਦੀਆਂ ਵੀ ਅਲੱਗ-ਅਲੱਗ, ਇੱਕ ਤਾਂ ਦਰਿਆ ਰੁਕ ਰਿਹਾ ਸਿੱਖ ਦਾ, ਉਹਨਾਂ ਨੂੰ ਨਹੀਂ ਸਮਝ ਲੱਗ ਰਹੀ, ਹਾਲਾਂਕਿ ਦਰਿਆ ਵਿੱਚ ਦੀ ਸਿੱਖ ਲੰਘ ਰਿਹਾ, ਇੱਥੇ ਗੁਰੂ ਸਾਹਿਬ ਲੰਘ ਰਿਹਾ, ਵੀ ਨਦੀ ਨੂੰ ਨਹੀਂ ਪਤਾ ਲੱਗਾ ਇਹਨਾਂ ਗੱਲਾਂ ਤੋਂ। ਇਹ ਗੱਲਾਂ ਬਿਲਕੁਲ ਹੀ ਜਦੋਂ ਤੁਸੀਂ ਦੋਵਾਂ ਤਿੰਨਾਂ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਸੋਚਦੇ ਹੋ ਤਾਂ ਸਾਹਮਣੇ ਸਪਸ਼ਟ ਹੋ ਜਾਂਦੀਆਂ ਆ। ਤਾਂ ਹੀ ਇਹ ਲੋਕ ਕਹਿੰਦੇ ਆ ਵੀ ਪੁਰਾਣੀਆਂ ਗੱਲਾਂ ਨੂੰ ਰੱਦ ਨਾ ਕਰੋ। ਤੁਸੀਂ ਆਖਦੇ ਵੀ ਵਿਚਾਰ ਦਾ ਮੁਸ਼ਕਿਲ ਕੀ ਹੈ, ਉਹ ਇਹ ਕਹਿੰਦੇ ਵੀ ਰੱਦ ਕਿੱਦਾਂ ਨਾ ਕਰੀਏ, ਤੁਸੀਂ ਗੱਪਾਂ ਹੀ ਬੜੀਆਂ ਮਾਰੀਆਂ ਨੇ। ਹੁਣ ਮੰਨ ਲਓ ਵੀ ਤੁਸੀਂ ਕਈ ਗੱਲਾਂ ਹੁੰਦੀਆਂ ਵੀ ਮੰਨੀਆਂ ਜਾ ਸਕਦੀਆਂ। ਹੁਣ ਕੱਲ ਇੱਕ ਮਹਾਂਪੁਰਸ਼ ਦੀ, ਮੈਂ ਹੁਣ ਮਹਾਂਪੁਰਸ਼ ਕਹਿਣਾ ਪੈਂਦਾ ਕਿਉਂਕਿ ਬਣੇ ਨੇ ਉਹ ਇੰਟਰਨੈਟ ਤੇ ਸੁਣ ਰਿਹਾ ਸੀ, ਉਹ ਕਹਿੰਦਾ ਵੀ ਤੁਸੀਂ ਘਰ ਬਣਾਉਣਾ ਤੇ ਘਰ ਵਿੱਚੋਂ ਰੱਬੀ ਸਿਧਾਂਤ ਦਾ ਸਿਮਰਨ ਚੱਲੂ, ਪਰ ਪਤਾ ਕੀ ਕਰਨਾ ਪਊ, ਕਹਿੰਦਾ ਵੀ ਤੁਸੀਂ ਜਿੰਨੀਆਂ ਸੀਮੈਂਟ ਦੀਆਂ ਬੋਰੀਆਂ ਲੱਗਣ ਓਨੇ ਜਪਜੀ ਸਾਹਿਬ ਦੇ ਪਾਠ ਕਰਿਓ। ਮਤਲਬ ਕਿੱਡੀ ਅਜੀਬ ਜੀ ਗੱਲ ਹੈ। ਚਲੋ ਬਾਣੀ ਪੜ੍ਹ ਲਓ, ਕੋਈ ਗੱਲ ਨਹੀਂ, ਇਹ ਠੀਕ ਹੈ ਬਾਣੀ ਪੜ੍ਹਨੀ, ਲੇਕਿਨ ਜੇਕਰ ਉਹਨਾਂ ਨੂੰ ਇਹਨਾਂ ਚੀਜ਼ਾਂ ਨਾਲ ਜੋੜ ਕੇ ਤੁਸੀਂ ਲੋਕਾਂ ਨੂੰ ਜੋੜ ਰਹੇ ਹੋ, ਕਿੰਨੀ ਕੁ ਦੇਰ ਉਹ ਲੋਕ ਜੁੜੇ ਰਹਿਣਗੇ, ਇਹ ਇੱਕ ਸਮੱਸਿਆ ਜਿਸ ਪ੍ਰਤੀ ਧਿਆਨ ਦੇਣਾ ਪਏਗਾ। ਹਾਂ ਭਾਈ ਸਾਹਿਬ, ਬਹੁਤ ਧੰਨਵਾਦ, ਤੁਹਾਡਾ ਸਮਾਂ ਨਹੀਂ ਅੱਗੇ ਦਿੰਦਾ ਕਿ ਅਸੀਂ, ਲੇਕਿਨ ਆਉਣ ਵਾਲੇ ਟੌਪਿਕਸ ਵਿੱਚ ਅਸੀਂ ਇਹਨਾਂ ਇਸ਼ੂਜ਼ ਦੇ ਉੱਤੇ ਜ਼ਰੂਰ ਡਿਸਕਸ਼ਨ ਕਰਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਇਹਨਾਂ ਇਸ਼ੂਜ਼ ਨੂੰ ਲਿਆਉਣ ਦਾ ਮਕਸਦ ਇਹੀ ਹੁੰਦਾ ਹੈ ਕਿ ਅਸੀਂ ਉਹਨਾਂ ਦੇ ਉੱਤੇ ਵਿਚਾਰ ਵਟਾਂਦਰਾ ਕਰ ਸਕੀਏ। ਜਦੋਂ ਅਸੀਂ ਤੁਹਾਨੂੰ ਕਹਿੰਦੇ ਕਿ ਫੀਡਬੈਕ ਭੇਜਿਆ ਕਰੋ, ਤਾਂ ਤੁਹਾਡੇ ਵੱਲੋਂ ਬਹੁਤ ਵਾਰ ਸਾਡੇ ਤੱਕ ਇਹੋ ਜਿਹੇ ਮੈਸੇਜਸ ਆਉਂਦੇ ਨੇ ਜਿਸ ਵਿੱਚ ਕਿ ਤੁਸੀਂ ਸਵਾਲ ਰੇਜ਼ ਕਰਦੇ ਹੋ। ਸੋ ਜਿਹੜਾ ਵੀ ਇੱਥੇ ਵਿਅਕਤੀ ਆਉਂਦਾ, ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਕੋਲ ਉਸ ਦਾ ਜਵਾਬ ਲੈ ਕੇ ਵਾਪਸ ਆ ਸਕੀਏ। ਐਜ਼ ਅ ਸਿੱਖ, ਜਿਸ ਵੀ ਧਰਮ ਵਿੱਚ ਤੁਹਾਡੀ ਆਸਥਾ ਹੈ, ਮੁਬਾਰਕ ਹੋਵੇ ਤੁਹਾਨੂੰ, ਉਸ ਦੇ ਵਿੱਚ ਪੱਕੇ ਬਣੋ। ਪਰ ਐਜ਼ ਅ ਸਿੱਖ ਜੋ ਇਹ ਵਿਸ਼ੇਜ਼ ਦੇ ਉੱਤੇ ਅਸੀਂ ਗੱਲਬਾਤ ਕਰਦੇ ਹਾਂ, ਅਗੇਨ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਜੋ ਹੈ ਉਸ ਨੂੰ ਮੁੱਖ ਰੱਖ ਕੇ ਗੱਲਬਾਤ ਕਰਦੇ ਹਾਂ। ਸੋ ਆਸ ਕਰਦੇ ਹਾਂ ਕਿ ਜ਼ਰੂਰ ਅਸੀਂ ਇਹ ਸਮਝ ਕੇ ਆਪਣੇ ਜੀਵਨ ਵਿੱਚ ਲਾਗੂ ਕਰਾਂਗੇ। ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਹੈ, ਫਿਰ ਮੁਲਾਕਾਤ ਕਰਾਂਗੇ। ਤਦ ਤੱਕ ਗੁੱਡ ਬਾਏ।